ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਕੋਈ ਆਖੈ ਭੂਤ ਨਾ, ਕੋ ਕਹੈ ਬੇਤਾਲਾ। ਕੋਈ ਆਖੈ ਆਦਮੀ, ਨਾਨਕ ਵਿਚਾਰਾ। ਕੋਈ ਆਖੈ ਭੂਤ ਨਾ, ਕੋ ਕਹੈ ਬੇਤਾਲਾ। ਕੋਈ ਆਖੈ ਆਦਮੀ, ਨਾਨਕ ਵਿਚਾਰਾ। ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਉਰਾਨਾ। ਹਉ ਹਰ ਬਿਨ ਅਵਰ ਨਾ ਜਾਨਾ ਰਹਾਉ। ਤਉ ਦੀਵਾਨਾ ਜਾਣੀਐ, ਜਾਂ ਭੈ ਦੀਵਾਨਾ ਹੋਏ। ਏਕੀ ਸਾਹਿਬ ਬਾਹਰਾ, ਦੂਜਾ ਅਵਰ ਨਾ ਕੋਏ। ਤਉ ਦੀਵਾਨਾ ਜਾਣੀਐ, ਜਾਂ ਏਕਾਕਾਰ ਕਮਾਏ। ਹੁਕਮ ਪਛਾਣੈ ਖਸਮ ਕਾ, ਦੂਜੀ ਅਵਰ ਸਿਆਣਪ ਕਾਏ। ਤਉ ਦੀਵਾਨਾ ਜਾਣੀਐ, ਜਾਂ ਸਾਹਿਬ ਧਰੇ ਪਿਆਰ। ਮੰਦਾ ਜਾਣੈ ਆਪ ਕੋ, ਅਵਰ ਭਲਾ ਸੰਸਾਰ। ਤਉ ਦੀਵਾਨਾ ਜਾਣੀਐ, ਜਾਂ ਸਾਹਿਬ ਧਰੇ ਪਿਆਰ। ਮੰਦਾ ਜਾਣੈ ਆਪ ਕੋ, ਅਵਰ ਭਲਾ ਸੰਸਾਰ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਹੁਣੇ ਆਪਾਂ ਪਵਿੱਤਰ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 991 ਅੰਗ ਉੱਪਰ ਸੁਭਾਇਮਾਨ ਹੈ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਗੁਰਮੁਖ ਪਿਆਰਿਓ, ਸ਼ਬਦ ਦੇ ਵਿੱਚ ਰਹਾਉ ਦੀਆਂ ਪੰਗਤੀਆਂ ਹਨ। ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਉਰਾਨਾ। ਹਉ ਹਰ ਬਿਨ ਅਵਰ ਨਾ ਜਾਨਾ ਰਹਾਉ। ਦੀਵਾਨਾ ਦਾ ਅਰਥ ਹੁੰਦਾ ਪਾਗਲ ਹੋ ਜਾਣਾ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਆਪਣੀ ਅੰਦਰਲੀ ਅਵਸਥਾ, ਕਿ ਜਦੋਂ ਮਨੁੱਖ ਪਰਮਾਤਮਾ ਵਾਲੇ ਪਾਸੇ ਨੂੰ ਚੱਲ ਪੈਂਦਾ ਹੈ, ਦੀਵਾਨਗੀ ਦੀ ਹਾਲਤ ਵਿੱਚ ਚੱਲ ਪੈਂਦਾ ਹੈ, ਭਾਵ ਸਾਰਾ ਆਪਣਾ ਐਫਰਟ, ਸੁਰਤੀਆਂ, ਬਿਰਤੀਆਂ ਉੱਧਰਲੇ ਪਾਸੇ ਨੂੰ ਲਾ ਦਿੰਦਾ ਹੈ, ਤਾਂ ਲੋਕ ਉਹਨੂੰ ਬੌਰਾ ਕਹਿਣ ਲੱਗ ਜਾਂਦੇ ਆ, ਲੋਕ ਉਹਨੂੰ ਪਾਗਲ ਕਹਿਣ ਲੱਗ ਜਾਂਦੇ ਆ ਭਾਈ। ਕਿਉਂਕਿ ਦੋ ਬਿਰਤੀਆਂ ਗੁਰਮੁਖ ਪਿਆਰਿਓ, ਇੱਕ ਆ ਸੰਸਾਰੀ ਬਿਰਤੀ, ਇੱਕ ਆ ਨਿਰੰਕਾਰੀ ਬਿਰਤੀ। ਪਰਮਾਤਮਾ ਵਾਲੇ ਪਾਸੇ ਨੂੰ ਚੱਲਣਾ ਤੇ ਇੱਕ ਆ ਦੁਨੀਆ ਵਾਲੇ ਪਾਸੇ ਨੂੰ ਚੱਲਣਾ, ਦੋ ਰਾਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਅਸੀਂ
ਇੱਕ ਓੰਕਾਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਸੁਪਰੀਮ ਪਾਵਰ, ਉਸ ਪ੍ਰਮਾਤਮਾ ਦੇ ਨਾਲ ਜੁੜਨਾ। ਉਹ ਪ੍ਰਮਾਤਮਾ ਕਿੱਥੇ ਆ? ਸਾਡੇ ਅੰਦਰ। ਜੁੜਿਆ ਕਿਵੇਂ ਜਾ ਸਕਦਾ ਜਾਂ ਜੁੜਿਆ ਕਿਉਂ ਨਹੀਂ ਜਾਂਦਾ? ਸਾਡੇ ਅੰਦਰੋਂ ਜਿਹੜੀ ਹੈ ਉਹ ਤਾਰ ਆ, ਜਿਹੜੀ ਪ੍ਰਮਾਤਮਾ ਵਾਲੀ ਲੈਬ ਆ, ਜਿਹੜੀ ਉਹ ਟੁੱਟੀ ਹੋਈ ਆ। ਕਦੋਂ ਦੀ ਟੁੱਟੀ ਹੋਈ ਆ? ਜਦੋਂ ਦਾ ਅਸੀਂ ਜਨਮ ਲਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦੀ ਖੇਡ ਦੇ ਵਿੱਚ ਮਨੁੱਖ ਫਸ ਜਾਂਦਾ, ਪ੍ਰਮਾਤਮਾ ਵਾਲੇ ਪਾਸੇ ਤੋਂ ਟੁੱਟ ਜਾਂਦਾ। ਤੇ ਜੇ ਗੁਰੂ ਦੇ ਨਾਲ ਜੁੜ ਜਾਵੇ ਮਨੁੱਖ, ਗਿਆਨ ਲੈ ਲਵੇ, ਤਾਂ ਉਹ ਪ੍ਰਮਾਤਮਾ ਵਾਲੇ ਪਾਸੇ ਨੂੰ ਚੱਲ ਪੈਂਦਾ। ਦੁਨੀਆ ਕਰਮਕਾਂਡ ਕਰਦੀ ਆ, ਉਹ ਮਨੁੱਖ ਆ ਜਿਹੜਾ ਸਿੱਧਾ ਪ੍ਰਮਾਤਮਾ ਵਾਲੇ ਪਾਸੇ ਨੂੰ ਚੱਲ ਪੈਂਦਾ। ਹੁਣ ਇੱਥੇ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਹੋਵੇ। ਇੱਥੋਂ ਦੋ ਰਸਤੇ ਬਣ ਜਾਂਦੇ ਆ, ਇੱਕ ਹੈ ਦੁਨੀਆ ਦਾ, ਇੱਕ ਪ੍ਰਮਾਤਮਾ ਦਾ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਮਾਜ ਨੂੰ, ਸਾਨੂੰ ਲੋਕਾਂ ਨੂੰ ਸੱਚ ਦਾ ਸਿੱਧਾ ਰਸਤਾ ਦਿਖਾਇਆ, ਤੇ ਜਿਹੜਾ ਦੁਨੀਆ ਵਾਲਾ ਰਸਤਾ ਸੀ ਉੱਥੋਂ ਰੋਕਿਆ। ਕਿਉਂਕਿ ਗੁਰਬਾਣੀ ਦਾ ਫਰਮਾਨ ਆ, ਕਾਦੀ ਝੂਠ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤਿੰਨੇ ਹੀ ਰਸਤੇ ਉਸ ਸਮੇਂ ਸੀਗੇ। ਕਾਦੀ ਸੀਗੇ, ਇਹ ਝੂਠ ਬੋਲਦੇ ਆ ਭਾਈ, ਝੂਠ ਬੋਲ ਕੇ ਮੈਲ ਖਾਂਦੇ ਆ। ਗੁਰਬਾਣੀ ਨੇ ਸਮਝਾਇਆ। ਆ ਬ੍ਰਾਹਮਣ ਆ ਜਿਹੜੇ, ਇਹ ਕਹਿੰਦੇ ਆ ਵੀ ਨਹਾ ਕੇ ਸੁੱਚੇ ਹੋ ਜਾਣਗੇ, ਤੇ ਪਰ ਅੰਦਰੋਂ ਜੀਆ ਘਾਤ ਕਰੀ ਜਾਂਦੇ ਆ, ਲੋਕਾਂ ਨੂੰ ਜਿਹੜਾ ਹੈ ਖਾਈ ਜਾਂਦੇ ਆ। ਜੋਗੀ ਆ ਜਿਹੜੇ ਤੁਰੇ ਫਿਰਦੇ ਆ ਮਾਇਆ ਵਾਸਤੇ, ਇਹ ਵੀ ਜੁਗਤ ਨਹੀਂ ਜਾਣਦੇ, ਇਹ ਵੀ ਅੰਨੇ ਆ ਗਿਆਨ ਤੋਂ ਬਿਨਾਂ। ਤਿੰਨੇ ਉਜਾੜੇ ਕਾ ਬੰਦ। ਫਿਰ ਅਸੀਂ ਇਹ ਤਿੰਨੇ ਰਸਤੇ ਛੱਡ ਕੇ ਸੱਚੇ ਰਸਤੇ 'ਤੇ ਤੁਰਨਾ। ਜਾਂ ਸਾਨੂੰ ਇਹ ਵੀ ਸਮਝਾਇਆ ਗਿਆ, ਹਿੰਦੂ ਮੁੱਲਾ ਜੋ ਲਿਖ ਦਿਆ, ਛਾੜ ਚੱਲੇ ਹਮ ਕਛੂ ਨਾ ਲਿਆ। ਉਹ ਰਸਤਾ ਛੱਡ ਦੇਣਾ, ਨਵੇਂ ਰਸਤੇ 'ਤੇ ਚੱਲਣਾ। ਹਿੰਦੂ ਅੰਨਾ ਤੁਰਕੂ ਕਾਣਾ, ਦੋਨੋਂ 'ਤੇ ਗਿਆਨੀ ਸਿਆਣਾ ਵੀ ਕਿਹਾ ਗਿਆ। ਸੋ ਅਸੀਂ ਗਿਆਨ ਲੈਣਾ। ਜਦੋਂ ਗਿਆਨ ਲੈ ਕੇ ਮਨੁੱਖ ਪ੍ਰਮਾਤਮਾ ਵਾਲੇ ਰਸਤੇ 'ਤੇ ਚੱਲਦਾ, ਲੋਕਾਂ ਦੀ ਤੋਏ ਤੋਏ ਸਹਿਣ ਕਰਨੀ ਪੈਂਦੀ ਹੈ। ਗੁਰੂ ਨਾਨਕ ਬਾਬਾ ਜੀ ਨੂੰ ਵੀ ਇਹ ਕਰਨੀ ਪਈ। ਉਹੀ ਸਮਝਾ ਰਹੇ ਹਨ ਕਿ ਜਦੋਂ ਮਨੁੱਖ, ਜਾਂ ਜਦੋਂ ਐਂ ਕਹਿ ਲਈਏ, ਜਦੋਂ ਇੱਕ ਸਿੱਖ ਗੁਰਬਾਣੀ 'ਤੇ ਦੀਵਾਨਾ ਹੋ ਗਿਆ, ਗੁਰਬਾਣੀ ਲੜ ਲੱਗ ਗਿਆ, ਬਾਕੀ ਦੇ ਕਰਮਕਾਂਡ ਛੱਡ ਦਿੱਤੇ, ਫਿਰ ਵੀ ਇਹ ਕਿਰਿਆ ਵਾਪਰਦੀ ਹੈ। ਕਿਉਂਕਿ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਆਓ ਸ਼ਬਦ ਨਾਲ ਸੁਰਤ ਜੋੜੀਏ। ਆਪਾਂ ਗੁਰੂ ਬਾਬਾ ਜੀ ਨੂੰ ਹੀ ਪੁੱਛਦੇ ਹਾਂ ਕਿ ਗੁਰੂ ਬਾਬਾ ਜੀ ਕੀ ਹੁੰਦਾ ਜਦੋਂ ਮਨੁੱਖ ਸੱਚ ਦੇ ਰਸਤੇ 'ਤੇ ਚੱਲਦਾ, ਕਿਉਂਕਿ ਉਹਨਾਂ ਦਾ ਤਜਰਬਾ ਸੀ। ਜਿਹੜਾ ਵੀ ਸੱਚ ਦੇ ਰਸਤੇ 'ਤੇ ਚੱਲੂਗਾ ਭਾਈ, ਉਹਦੇ ਵਾਸਤੇ ਤਿਆਰੀ ਕਰਾ ਰਹੀ ਹੈ ਗੁਰਬਾਣੀ, ਬਈ ਆਹ ਚੀਜ਼ਾਂ ਤੈਨੂੰ ਸਹਿਣ ਕਰਨੀਆਂ ਪੈ ਸਕਦੀਆਂ। ਦਿਲ ਵੱਡਾ ਰੱਖੀ, ਜਿਗਰਾ ਵੱਡਾ ਰੱਖੀ, ਉਹ ਪ੍ਰਮਾਤਮਾ ਅਕਾਲ ਪੁਰਖ ਤੇਰੀ ਰੱਖਿਆ ਵੀ ਕਰੂਗਾ, ਤੇ ਪਰ ਇਮਤਿਹਾਨ ਵੀ ਪੈਣਗੇ। ਬਹੁਤ ਕੁਝ ਕਿਹਾ ਜਾਏਗਾ। ਮਨ ਨੂੰ ਪ੍ਰਮਾਤਮਾ ਵਾਲੇ ਪਾਸਿਓਂ ਮੋੜੀ ਨਾ, ਚੱਲਦਾ ਰੱਖੀ। ਚਰਨ ਸ਼ਰਨ ਗੁਰ ਇੱਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਆਓ ਸਮਝੀਏ ਗੁਰੂ ਬਾਬਾ ਜੀ ਕੀ ਸਮਝਾਉਣਾ ਚਾਹੁੰਦੇ ਹਨ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਕੋਈ ਆਖੈ ਭੂਤ ਨਾ। ਕੋਈ ਤਾਂ ਕਹਿੰਦਾ, ਗੁਰੂ ਨਾਨਕ ਬਾਬਾ ਜੀ ਨੇ ਜਦੋਂ ਲੋਕਾਂ ਨੂੰ ਛੁਡਾਉਣਾ ਸ਼ੁਰੂ ਕੀਤਾ, ਜਦੋਂ ਝੂਠੇ ਕਰਮ ਕਾਂਡਾਂ 'ਚੋਂ ਕੱਢਣਾ ਸ਼ੁਰੂ ਕੀਤਾ, ਜਦੋਂ ਸੱਚ ਦਾ ਰਸਤਾ ਦਿਖਾਉਣਾ ਸ਼ੁਰੂ ਕੀਤਾ, ਜਦੋਂ ਕਿਹਾ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅੰਦਰ ਹੀ ਹੈ ਭਈ, ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਤੇਰੇ ਅੰਦਰ ਹੀ ਸਾਰਾ ਕੁਝ ਆ ਭਾਈ,
ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਇਹ ਹਉਮੈ ਦੀ ਕੰਧ ਤੋੜ, ਤੇਰਾ ਅੰਦਰੋਂ ਹੀ ਮਿਲਾਪ ਹੋ ਜੂ। ਤੇ ਜਿਹੜੇ ਕਰਮਕਾਂਡੀ ਲੋਕ ਸੀ, ਜਾਂ ਕਹਿ ਲਈਏ ਪੁਜਾਰੀਵਾਦ, ਪੁਜਾਰੀਵਾਦ ਸ਼ਬਦ ਬਹੁਤ ਵਧੀਆ। ਇੱਕ ਹੁੰਦਾ ਸੱਚਾ ਧਰਮ, ਇੱਕ ਹੁੰਦਾ ਪੁਜਾਰੀਵਾਦ। ਸੱਚਾ ਧਰਮ ਵਰਗਾ ਕੋਈ ਧਰਮ ਹੀ ਨਹੀਂ ਹੈ, ਕਿਉਂਕਿ ਸੱਚਾ ਧਰਮ ਇਨਸਾਨ ਨੂੰ ਚੰਗਾ ਇਨਸਾਨ ਬਣਾ ਦਿੰਦਾ, ਉਹਦੇ ਗੁਣ ਪ੍ਰਗਟ ਕਰ ਦਿੰਦਾ। ਜਿਹੜਾ ਹੈਗਾ ਪੁਜਾਰੀਵਾਦ, ਉਹ ਹੁੰਦਾ ਪੂਜਾ ਤੇ ਪਲਣ ਵਾਲੇ ਲੋਕ, ਉਹ ਸੱਚਾ ਗਿਆਨ ਨਹੀਂ ਦੇਣ ਦਿੰਦੇ। ਗੁਰੂ ਨਾਨਕ ਬਾਬਾ ਜੀ ਦੇ ਵੇਲੇ ਤੋਂ ਅੱਜ ਤੱਕ ਇਹੀ ਚੱਲਿਆ ਆ ਰਿਹਾ ਹੈ ਭਾਈ। ਇੱਕ ਤਬਕਾ ਹੈ ਸੱਚ ਵਾਲਾ, ਇੱਕ ਤਬਕਾ ਹੈ ਗੁਰਮੁਖਾਂ ਦਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਤੇ ਦੂਜਾ ਤਬਕਾ ਹੈ, ਉਹ ਵੀ ਧਰਮੀਓ ਹੀ ਆ, ਉਹ ਵੀ ਸਾਡੇ ਵਰਗੇ ਹੀ ਆ, ਸਾਤੋਂ ਵਧੀਆ ਵਾ ਸਗੋਂ ਲੱਗਦੇ। ਤੇ ਉਹ ਆ ਜਿਹੜੇ ਉਹ ਗੁਰੂ ਦਾ ਗਿਆਨ, ਪੁਜਾਰੀ ਆ ਜਿਹੜਾ ਉਹ ਦੱਬ ਕੇ ਰੱਖਦਾ, ਤੇ ਜਿਹੜਾ ਗੁਰਮੁਖ ਆ ਉਹ ਗਿਆਨ ਨੂੰ ਪ੍ਰਗਟ ਕਰਦਾ। ਬਸ ਆਹ ਫਰਕ ਆ ਭਾਈ। ਮਾਰੂ ਮਹੱਲਾ ਪਹਿਲਾ, ਇਹ ਟੱਕਰ ਤਾਂ ਲੱਗੀ ਆਉਂਦੀ ਹੈ। ਕੋਈ ਆਖੇ ਭੂਤ ਨਾ, ਹੁਣ ਕਹਿੰਦੇ ਵੀ ਭੂਤ ਨਾ, ਇਹ ਤਾਂ ਨਵੀਆਂ ਗੱਲਾਂ ਕਰਨ ਲੱਗ ਗਿਆ, ਇਹ ਤਾਂ ਸੱਚੀਆਂ ਗੱਲਾਂ ਕਰਨ ਲੱਗ ਗਿਆ। ਲੈ ਸਾਰੀ ਦੁਨੀਆ ਪਹਿਲਾਂ ਇੰਨਾ ਚਿਰ ਦੀ ਐਂ ਕਰਦੀ ਸੀ, ਇਹ ਨਵਾਂ ਉੱਠ ਖੜਿਆ ਭੂਤ ਨਾ। ਕੋ ਕਹੈ ਬੇਤਾਲਾ, ਕਹਿੰਦੇ ਚੰਗਾ ਭਲਾ ਤਾਲ ਦੇ ਵਿੱਚ ਸਾਰਾ ਕੁਝ ਚੱਲੀ ਜਾਂਦਾ ਸੀ, ਵਧੀਆ ਲੁੱਟੀ ਜਾਂਦੇ ਸੀ, ਖਾਈ ਜਾਂਦੇ ਸੀ ਸਾਰਾ ਕੁਝ, ਲੋਕ ਅੰਨੇ ਬੋਲੇ ਕੀਤੇ ਹੋਏ ਸੀ। ਇਹ ਗਿਆਨ ਦੇਣ ਲੱਗ ਗਿਆ ਗੁਰੂ ਨਾਨਕ ਤਾਂ ਭਾਈ ਆ ਕੇ, ਇਹ ਤਾਂ ਲੋਕਾਂ ਨੂੰ ਛਡਾਉਣ ਲੱਗ ਗਿਆ। ਇਹ ਤਾਂ ਕਹਿੰਦਾ ਆ ਕੇ ਨੀਚਾਂ ਅੰਦਰ ਨੀਚ ਜਾਤ, ਨੀਚੇ ਹੋਵਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਇਹ ਤਾਂ ਜਿਹੜੇ ਸਾਡੇ ਸ਼ੂਦਰ ਬਣਾਏ ਹੋਏ ਸੀ, ਜਿਹੜੇ ਸਾਡੇ ਨੌਕਰ ਬਣਾਏ ਹੋਏ ਸੀ, ਜਿਨ੍ਹਾਂ ਤੋਂ ਅਸੀਂ ਕੰਮ ਲੈਂਦੇ ਸੀ, ਨਾਲੇ ਘੂਰਦੇ ਸੀ ਨਾਲੇ ਧੱਕਦੇ ਸੀ ਪਰੇ ਨੂੰ, ਇਹ ਤਾਂ ਉਹਨਾਂ ਨੂੰ ਜਗਾਉਣ ਲੱਗ ਗਿਆ। ਸਾਡਾ ਕੀ ਬਣੂ? ਉਹਨਾਂ ਨੇ ਫਿਰ ਇਸ ਤਰ੍ਹਾਂ ਦੇ ਦੂਸ਼ਣਬਾਜ਼ੀ ਲਾਉਣੀ ਸ਼ੁਰੂ ਕਰ ਦਿੱਤੀ ਆ ਭਾਈ। ਗੁਰਮੁਖ ਪਿਆਰਿਓ, ਗੁਰੂ ਬਾਬਾ ਜੀ ਸਮਝਾ ਰਹੇ ਹਨ, ਕੋਈ ਆਖੈ ਭੂਤ ਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ। ਫਿਰ ਆਪਣੀ ਧੁਨ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਚੱਲਦੇ ਰਹੇ ਤੇ ਫਿਰ ਇੱਕ ਤਬਕਾ ਕਹਿੰਦੇ ਯਾਰ ਆਦਮੀ ਤਾਂ ਚੰਗਾ, ਇਹ ਕਿਹੜਾ ਸਾਨੂੰ ਲੁੱਟਦਾ, ਇਹ ਕਿਹੜਾ ਸਾਤੋਂ ਕੁਝ ਮੰਗਦਾ, ਫਰੀ ਦੇ ਵਿੱਚ ਸਾਨੂੰ ਗਿਆਨ ਦਿੰਦਾ, ਪਰਮਾਤਮਾ ਬਾਰੇ ਸਮਝਾਉਂਦਾ, ਸਾਡਾ ਹੀ ਤਾਂ ਭਲਾ ਕਰਦਾ, ਆਦਮੀ ਤਾਂ ਚੰਗਾ। ਨਾਨਕ ਬੇਚਾਰਾ, ਨਾਨਕ ਤਾਂ ਵਿਚਾਰਾ ਲੋਕਾਂ ਨੂੰ ਗਿਆਨ ਦੇਣ ਗਿਆ ਸੀਗਾ। ਤੇ ਲੋਕ ਆ ਜਿਹੜੇ ਚਾਰ ਤਬਕਿਆਂ ਦੇ ਇਸ ਤਰ੍ਹਾਂ ਭਾਈ। ਇਹ ਹੁਣ ਦੇਖੋ ਦੋ ਤਰੀਕੇ ਆਪਾਂ ਸਮਝਣੇ ਆ ਬਈ, ਸਾਨੂੰ ਹੁਣੀ ਸਮਝਾਇਆ ਜਾ ਰਿਹਾ, ਸਾਨੂੰ ਸਮਝਾਇਆ ਜਾ ਰਿਹਾ। ਦੂਜਾ, ਉਹ ਪਰਮਾਤਮਾ ਅਕਾਲ ਪੁਰਖ ਬੰਦਾ ਨਹੀਂ, ਉਹਦੀ ਬੰਦਿਆਂ ਵਾਂਗੂ ਪੂਜਾ ਨਹੀਂ ਕੀਤੀ ਜਾ ਸਕਦੀ, ਉਹਨੂੰ ਸਮਝਿਆ ਜਾ ਸਕਦਾ, ਜਾਣਿਆ ਜਾ ਸਕਦਾ। ਕੋਈ ਆਖੇ ਭੂਤ ਨਾ, ਕੋ ਕਹੈ ਬੇਤਾਲਾ। ਅੱਜ ਵੀ ਜੇ ਕੋਈ ਸੱਚ ਦੇ ਰਸਤੇ ਤੇ ਚੱਲੇਗਾ, ਇਹ ਸਹਿਣ ਕਰਨਾ ਪਏਗਾ। ਕੋਈ ਹਿੱਲ ਗਿਆ ਕਹੇਗਾ, ਕੋਈ ਭੂਤ ਨਾ ਕਹੇਗਾ, ਕੋਈ ਬੇਤਾਲਾ ਕਹੇਗਾ। ਕੋਈ ਆਖੇ ਆਦਮੀ, ਕੁਛ ਐਸੇ ਵੀ ਇਨਸਾਨ ਹੋਣਗੇ ਜਿਹੜੇ ਕਹਿਣਗੇ ਵੀ ਆਦਮੀ ਤਾਂ ਚੰਗਾ। ਨਾਨਕ ਬੇਚਾਰਾ, ਨਾਨਕ ਬੇਚਾਰਾ ਸਮਝਾ ਰਹੇ ਹਨ ਗੁਰੂ ਬਾਬਾ ਜੀ। ਫਿਰ ਜਦੋਂ ਸਮਝ ਆ ਜਾਵੇਗੀ, ਫਿਰ ਕਹਿਣਗੇ ਵੀ ਹਾਂ ਠੀਕ ਆ ਬਈ, ਵਿਚਾਰਾ, ਇਹ ਤਾਂ ਵਿਚਾਰਾ ਆਪਣੇ ਗਿਆਨ ਦੇ ਰਿਹਾ। ਸੋ ਇਹ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਸਹਿਣ ਕਰਨਾ ਪੈ ਸਕਦਾ ਹੈ, ਪਰ ਰੁਕਣਾ ਨਹੀਂ। ਜਿਹੜੇ دیਵਾਨੇ ਹੋ ਜਾਂਦੇ ਆ ਨਾ ਸ਼ਾਹ ਦੇ, ਜਿਹੜੇ ਆਸ਼ਿਕ ਹੋ ਜਾਂਦੇ ਆ, ਉਹ ਨਹੀਂ ਫਿਰ ਰੁਕਦੇ। ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ, ਭਾਈ ਮੈਂ ਤਾਂ ਸ਼ਾਹ ਦਾ, ਮਾਲਕ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ, ਉਹਦੇ ਪ੍ਰੇਮ ਦੇ ਵਿੱਚ ਦੀਵਾਨਾ ਹੋ ਗਿਆ। ਮੈਂ ਤਾਂ ਝੱਲਾ ਹੋ ਗਿਆ, ਮੈਂ ਤਾਂ ਪਾਗਲ ਹੋ ਗਿਆ, ਮੈਨੂੰ ਆਪਣੀ ਸ਼ੁੱਧ ਬੁੱਧ ਨਹੀਂ ਰਹੀ। ਮੇਰੀ ਤਾਰ ਉੱਧਰਲੇ ਪਾਸੇ, ਮੈਨੂੰ 24 ਘੰਟੇ ਐਂ ਲੱਗਦਾ ਬਈ ਲੋਕ ਫਸੇ ਪਏ ਆ, ਮੈਂ ਇਹਨਾਂ ਨੂੰ ਕਰਮ ਕਾਂਡਾਂ 'ਚੋਂ ਛਡਾਵਾਂ, ਪਰਮਾਤਮਾ ਦੇ ਨਾਲ ਮਿਲਾਵਾਂ। ਮੇਰੇ
ਜਿਹਦੇ ਅੰਦਰ ਇਹ ਉਤਸ਼ਾਹ ਬਣਿਆ ਰਹਿੰਦਾ, ਮੈਂ ਬੌਰਾ ਹੋ ਗਿਆ, ਮੈਂ ਦੀਵਾਨਾ ਹੋ ਗਿਆ। ਹਉ ਹਰ ਬਿਨ ਅਬਰ ਨ ਜਾਨਾ ਰਹਾਉ, ਤੇ ਹਰੀ ਤੋਂ ਬਿਨਾ, ਪ੍ਰਮਾਤਮਾ ਤੋਂ ਬਿਨਾ ਹੁਣ ਮੈਂ ਕਿਸੇ ਨੂੰ ਨਹੀਂ ਜਾਣਦਾ। ਹੁਣ ਸਾਡੇ ਤੇ ਕਿਵੇਂ ਢੁੱਕਦੀ ਆ, ਅਸੀਂ ਵੀ ਦੀਵਾਨੇ ਹੋਣਾ, ਅਸੀਂ ਵੀ ਪਾਗਲ ਹੋਣਾ, ਅਸੀਂ ਵੀ ਇਸ਼ਕ ਕਰਨਾ। ਇੱਕ ਇਸ਼ਕ ਹਕੀਕੀ ਹੁੰਦਾ, ਇੱਕ ਇਸ਼ਕ ਮਜਾਜੀ ਹੁੰਦਾ। ਇਸ਼ਕ ਮਜਾਜੀ ਦਾ ਐਂਡ ਆ ਜਿਹੜਾ ਉਹ ਖਤਰਿਆਂ ਭਰਿਆ ਹੁੰਦਾ, ਦੁੱਖ ਭਰਿਆ ਹੁੰਦਾ, ਤੇ ਇਸ਼ਕ ਹਕੀਕੀ ਦਾ ਐਂਡ ਆ ਜਿਹੜਾ ਉਹ ਮਿਲਾਪ ਵਾਲਾ ਹੁੰਦਾ। ਦੁੱਖਾਂ ਤੋਂ ਬਾਅਦ ਮਿਲਾਪ ਹੋ ਜਾਂਦਾ। ਸ਼ਹੀਦਾਂ ਦੇ ਦਰਜੇ ਪ੍ਰਾਪਤ ਹੋ ਜਾਂਦੇ ਆ ਜਿਹੜੇ ਗੁਰੂ ਤੋਂ ਕੁਰਬਾਨ ਹੋ ਜਾਂਦੇ ਆ। ਭਾਈ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਅਬਰ ਨਾ ਜਾਨਾ ਰਹਾਉ। ਮੈਂ ਹਰੀ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਇੱਕ ਸਿੱਖ ਦੀ ਗੁਰੂ ਦੇ ਨਾਲ ਪਿਆਰ ਦੀ ਅਵਸਥਾ, ਇਸ਼ਕ ਦੀ ਅਵਸਥਾ ਕੀ ਹੈ ਕਿ ਮੈਂ ਗੁਰੂ ਤੋਂ ਬਿਨਾ, ਗੁਰਬਾਣੀ ਤੋਂ ਬਿਨਾ ਮੈਂ ਹੋਰ ਕੁਝ ਜਾਣਦਾ ਹੀ ਨਹੀਂ ਰਹਾਉ। ਤਉ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ। ਫਿਰ ਦੀਵਾਨਾ ਹੋਣ ਦੀ, ਆਸ਼ਿਕ ਬਣਨ ਦੀ, ਪਾਗਲ ਬਣਨ ਦੀ। ਦੁਨੀਆ ਵੱਲੋਂ ਬੰਦਾ ਹੋ ਜਾਂਦਾ ਪਾਗਲ, ਪਰ ਇਹਦੇ ਵਿੱਚ ਵੀ ਬੜਾ ਰਾਜ ਆ। ਉਹ ਗੱਲ ਨੂੰ ਪਾ ਜਾਂਦਾ, ਪਾ ਵਿਸ਼ਰਾਮ ਦੇ ਕੇ ਗੱਲ। ਦੁਨੀਆ ਵੱਲੋਂ ਪਾਗਲ ਹੋ ਗਿਆ ਪਰ ਉਹ ਅਸਲ ਗੱਲ ਨੂੰ ਪਾ ਗਿਆ। ਤੋ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ। ਦੁਨੀਆ ਦਾ ਭੈ ਖਤਮ ਹੋ ਜਾਵੇ, ਦੁਨੀਆ ਦੇ ਭੈ ਦਾ ਕਰਕੇ ਬੰਦਾ ਰੁਕੇ ਨਾ, ਤੇ ਭੈ ਆ ਜਿਹੜਾ ਉਧਰਲਾ ਨਿਰਮਲ ਭਉ ਪ੍ਰਮਾਤਮਾ ਵਾਹਿਗੁਰੂ ਦਾ, ਅਕਾਲ ਪੁਰਖ ਦਾ, ਉਹ ਅੰਦਰ ਪੈਦਾ ਹੋ ਜਾਵੇ। ਜਦੇ ਉਹ ਪੈਦਾ ਹੋ ਗਿਆ ਉਹਦੇ ਦੁਨੀਆ ਦਾ ਭੈ ਖਤਮ। ਏਕੀ ਸਾਹਿਬ ਬਾਹਰਾ, ਦੂਜਾ ਅਵਰ ਨਾ ਜਾਣੈ ਕੋਏ। ਏਕੀ ਸਾਹਿਬ, ਸਾਹਿਬ ਦੇ ਨਾਲ ਜਦੋਂ ਪ੍ਰੇਮ ਹੋ ਗਿਆ, ਜਦੋਂ ਇਸ਼ਕ ਹਕੀਕੀ ਹੋ ਗਿਆ, ਫਿਰ 24 ਘੰਟੇ ਇਸ਼ਕ ਮਜਾਜੀ ਦੀ ਉਦਾਹਰਨ ਲੈ ਸਕਦੇ ਹਾਂ ਆਪਾਂ। ਚਿਹਰਾ ਘੁੰਮਦਾ ਰਹਿੰਦਾ ਅੱਖਾਂ ਮੂਹਰੇ। ਇਸੇ ਤਰ੍ਹਾਂ ਇਸ਼ਕ ਹਕੀਕੀ ਜਦੋਂ ਹੋ ਜਾਂਦਾ, ਜਦੋਂ ਸਿੱਖ ਦਾ ਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ, ਗੁਰਬਾਣੀ ਘੁੰਮਦੀ ਰਹਿੰਦੀ ਹੈ, ਗੁਰਬਾਣੀ ਦੇ ਜਿਹੜਾ ਗਿਆਨ ਘੁੰਮਦਾ ਰਹਿੰਦਾ, ਪਰਮਾਤਮਾ ਦੀਆਂ ਖੇਡਾਂ ਜਿਹੜੀਆਂ ਕਣ ਕਣ ਦੇ ਵਿੱਚੋਂ ਜ਼ਾਹਰ ਅਵਸਥਾ ਦੇ ਵਿੱਚ ਆਉਂਦਾ। ਜਿਹੜਾ ਵੀ ਕੁਛ ਦੇਖਦਾ ਮਨੁੱਖ, ਬਸ ਉਹਦੇ 'ਚੋਂ ਹੀ ਪਰਮਾਤਮਾ ਦੀਂਦਾ। ਫੁੱਲ ਦੇਖਦਾ, ਕੰਡਾ ਦੇਖਦਾ, ਆਪਦੇ ਆਪ ਨੂੰ ਦੇਖਦਾ ਵੀ ਕਿਵੇਂ ਸਵਾਸ ਚੱਲ ਰਹੇ ਆ, ਬਸ ਉਹਦੇ ਨਾਲ ਹੀ ਧਿਆਨ ਜੁੜ ਜਾਂਦਾ। ਦੁਨੀਆ ਵੱਲੋਂ ਧਿਆਨ ਹਟ ਜਾਂਦਾ, ਪਰਮਾਤਮਾ ਵਾਲੇ ਪਾਸੇ ਲੱਗ ਜਾਂਦਾ। ਜੇ ਉਹਨੂੰ ਕਹੇ ਕੋਈ ਹੋਰ ਗੱਲ, ਦੂਜਾ ਅਵਰ ਨਾ ਜਾਣਾ ਕੋਈ। ਭਾਈ ਪਤੀਵਰਤਾ ਦੀ ਨਿਸ਼ਾਨੀ ਇਹੀ ਹੁੰਦੀ ਹੈ, ਗੁਰੂ ਤੇ ਸਿੱਖ ਦੀ ਨਿਸ਼ਾਨੀ ਇਹੀ ਹੁੰਦੀ ਹੈ ਵੀ ਅਵਰ ਨਾ ਜਾਣਾ ਕੋਈ। ਗੁਰੂ ਦੇ ਨਾਲ ਸਿੱਖ ਦਾ ਪਿਆਰ ਕਿੰਨਾ ਹੋਣਾ ਚਾਹੀਦਾ, ਸਾਡਾ ਗੁਰਬਾਣੀ ਦੇ ਨਾਲ ਪਿਆਰ ਕਿੰਨਾ ਹੋਣਾ ਚਾਹੀਦਾ, ਅਵਰ ਨਾ ਜਾਣਾ ਕੋਈ। ਬਸ ਭਾਈ ਮੇਰੇ ਵਾਸਤੇ ਤਾਂ ਇਹੀ ਸਾਰਾ ਕੁਝ ਹੈ। ਇੱਕੋ ਹੀ ਸਾਹਿਬ ਦੇ ਨਾਲ ਮੈਨੂੰ ਗੁਰਬਾਣੀ ਮਿਲਾ ਰਹੀ ਹੈ, ਇਦੋਂ ਬਾਹਰ ਦੂਜਾ ਹੋਰ ਕੋਈ ਨਹੀਂ। ਇਹ ਆ ਪ੍ਰੇਮ ਦੀ ਨਿਸ਼ਾਨੀ। ਤੋ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ। ਉਹ ਦੀਵਾਨਾ ਹੁੰਦਾ, ਉਹਨੂੰ ਦੀਵਾਨਾ ਕਿਹਾ ਜਾਂਦਾ। ਉਹਨੂੰ ਕਿਹਾ ਜਾਂਦਾ ਵੀ ਇਹ ਸੱਚ ਵਾਲੇ ਰਸਤੇ ਤੇ ਅਸਰ ਹੋ ਗਿਆ, ਇਹ ਪਾਗਲ ਹੋ ਗਿਆ, ਉਧਰਲੇ ਪਾਸੇ ਨੂੰ ਚੱਲ ਪਿਆ। ਕਿਹਨੂੰ? ਜਾਂ ਏਕਾਕਾਰ ਕਮਾਏ, ਜਿਹੜਾ ਇੱਕ ਪਰਮਾਤਮਾ ਨੂੰ ਮਿਲਣ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਹੜਾ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਬਾਹਰਲੀ ਦੁਨੀਆ ਵੱਲੋਂ ਟੁੱਟ ਜਾਂਦਾ ਹੈ, ਆਪਣੇ ਅੰਦਰ ਨੂੰ ਚਲਿਆ ਜਾਂਦਾ ਹੈ, ਆਪਣੇ ਆਪ ਨੂੰ ਸੰਵਾਰਨਾ ਸ਼ੁਰੂ ਕਰ ਦਿੰਦਾ ਹੈ, ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕਰ ਦਿੰਦਾ ਹੈ, ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਆਪਣੇ ਆਪ ਨਾਲ ਹੱਸਦਾ ਹੈ, ਆਪਣੇ ਆਪ ਨਾਲ ਰੋਂਦਾ ਹੈ, ਆਪਣੀ ਅੰਦਰਲੀ ਦੁਨੀਆ ਦਾ ਵਾਸੀ ਹੋ ਗਿਆ ਹੈ। ਫਿਰ ਦੁਨੀਆ ਕਹਿੰਦੀ ਇਹ ਦੀਵਾਨਾ ਹੋ ਗਿਆ। ਤਾਂ ਉਹ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ। ਹੁਕਮ ਪਛਾਣੈ ਖਸਮ ਕਾ, ਦੂਜੀ ਅਬਰ ਸਿਆਣ ਪਕਾਏ। ਬਸ ਇੱਕੋ ਹੀ ਹੁਕਮ ਦਾ ਜਿਹੜਾ ਪਛਾਨਣਾ ਖਸਮ ਦਾ। ਗੁਰਬਾਣੀ ਕੀ ਹੈ? ਖਸਮ ਕੀ? ਬਾਣੀ, ਹੁਕਮ। ਇਹ ਹੁਕਮ ਹੀ ਬਣਨਾ।
ਦੂਜੀ ਅਵਰ ਸਿਆਣਪ ਕਾਏ। ਇਦੋਂ ਬਿਨਾਂ ਹੋਰ ਸਿਆਣਪ ਕੀ ਰਹਿ ਗਈ। ਅਸੀਂ ਉਹ ਪ੍ਰਮਾਤਮਾ ਨਾਲ ਜੁੜ ਜਾਂਗੇ ਜੇ ਗੁਰਬਾਣੀ ਲੜ ਲੱਗ ਜਾਈਏ। ਪਰ ਗੱਲ ਇਹ ਹੈ ਗੁਰਮੁਖ ਪਿਆਰਿਓ ਬਈ 100% ਨਹੀਂ ਅਸੀਂ ਜੁੜਦੇ। ਸਾਨੂੰ ਹੁਣ ਉਰਿਓਂ ਪਰਿਓਂ ਸਾਰੇ ਪਾਸਿਆਂ ਤੋਂ ਤੋੜਿਆ ਜਾ ਰਿਹਾ। ਪਾਗਲ ਹੋਣ ਦੀ ਅਵਸਥਾ ਤੱਕ ਦੇਖੋ। ਜਿਹੜੇ ਬੱਚੇ ਪੜ੍ਹਦੇ ਹੋ, ਤੁਸੀਂ ਸਾਰੇ ਪੜ੍ਹੇ ਲਿਖੇ ਬੱਚੇ ਹੋ ਜਿਹੜੇ ਮੇਰੇ ਸਾਹਮਣੇ ਬੈਠੇ ਹੋ, ਸੰਸਾਰੀ ਪੜ੍ਹਾਈ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਅਤੇ ਇੱਧਰ ਵੀ ਤਾਂ ਫਿਰ ਉਦੋਂ ਡਬਲ ਤਾਂ ਘੱਟੋ ਘੱਟ ਚਾਹੀਦੀ ਹੈ। ਇੱਧਰਲੇ ਪਾਸੇ ਵੀ ਸਮਾਂ ਸਾਨੂੰ ਦੇਣ ਦੀ ਲੋੜ ਹੈ। ਬਸ ਹੁਕਮ ਪਛਾਣੈ ਖਸਮ ਕਾ। ਗੁਰਬਾਣੀ ਨੂੰ ਜੇ ਸਮਝ ਲਿਆ ਤਾਂ ਉਹ ਖਸਮ ਦੇ ਹੁਕਮ ਨੂੰ ਵੀ ਸਮਝ ਲਾਂਗੇ ਅਸੀਂ। ਸਾਰਾ ਗੁਰਬਾਣੀ ਇਹੀ ਸਮਝਾ ਰਹੀ ਹੈ ਵੀ ਭਾਈ ਤੂੰ ਆਹ ਕੁਛ ਕਰਨਾ ਤੇ ਆਹ ਕੁਛ ਨਹੀਂ ਕਰਨਾ। ਅਵਰ ਸਿਆਣਪ ਕਾਏ। ਬਾਕੀ ਦੀਆਂ ਸਿਆਣਪਾਂ ਹੋਰ ਕਾਹਦੀਆਂ ਭਾਈ। ਇਦੋਂ ਉੱਤੇ ਹੋਰ ਕਾਹਦਾ ਗਿਆਨ ਧਿਆਨ ਰਹਿ ਗਿਆ। ਬਸ ਪਾਗਲ ਹੋ ਗਿਆ, ਮੈਂ ਤਾਂ ਦੀਵਾਨਾ ਹੋ ਗਿਆ। ਇੱਕ ਸਿੱਖ ਦੀ ਅਵਸਥਾ ਸਮਝਾ ਰਹੇ ਹਨ ਗੁਰੂ ਬਾਬਾ ਜੀ। ਤਉ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ। ਤਾਂ ਦੀਵਾਨਾ ਜਾਣਿਆ ਜਾਂਦਾ ਭਾਈ ਜੇ ਕਿਤੇ ਸਾਹਿਬ ਦੇ ਨਾਲ ਪਿਆਰ ਪੈ ਜਾਵੇ। ਹੁਣ ਦੇਖੋ ਉਹੀ ਗੱਲ ਬਾਰ-ਬਾਰ ਆਉਣੀ ਹੈ ਵੀ ਸਾਡਾ ਪਿਆਰ ਪ੍ਰਮਾਤਮਾ ਨਾਲ ਕਿਵੇਂ ਪਊਗਾ। ਪਹਿਲਾਂ ਗੁਰੂ ਨਾਲ ਪਊਗਾ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰ ਪਰਮੇਸ਼ਰ ਇੱਕੋ ਜਾਣ। ਸਾਡਾ ਇੰਨਾ ਪ੍ਰੇਮ ਇੰਨਾ ਪਿਆਰ ਪੈ ਜਾਵੇ ਅਸੀਂ ਦੀਵਾਨੇ ਹੋ ਜਾਈਏ, ਅਸੀਂ ਪਾਗਲ ਹੋ ਜਾਈਏ। ਗੁਰਬਾਣੀ ਨੂੰ ਪੜ੍ਹਨ ਸੁਣਨ ਸਮਝਣ ਦੇ ਵਾਸਤੇ ਸਾਡਾ ਮਨ ਉਛਾਲੇ ਮਾਰੇ, ਅਸੀਂ ਉਤਸੁਕ ਹੋ ਜਾਈਏ, ਸਾਨੂੰ ਇਸ਼ਕ ਹੋ ਜਾਵੇ ਗੁਰਬਾਣੀ ਦੇ ਨਾਲ, ਅਸੀਂ ਆਸ਼ਿਕ ਬਣ ਜਾਈਏ, ਸਾਹਿਬ ਦੇ ਨਾਲ ਸਾਡਾ ਪਿਆਰ ਪੈ ਜਾਵੇ। ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਮੰਦਾ ਜਾਣੈ ਆਪ ਕੋ। ਸ਼ੁਰੂਆਤ ਕਿੱਥੋਂ ਹੋਊਗੀ ਭਾਈ। ਪਹਿਲਾਂ ਆਪਣੇ ਆਪ ਨੂੰ ਜ਼ੀਰੋ ਸਮਝਣਾ ਪਊਗਾ। ਅਵਰ ਭਲਾ ਸੰਸਾਰ। ਜੇ ਹੁਣ ਇਸ ਆਨੰਦ ਦੇ ਵਿੱਚ ਆਏ ਬੰਦੇ ਨੂੰ ਕੋਈ ਕਹੇ ਤੂੰ ਐਂ ਕਰ, ਉਹ ਕਹਿੰਦਾ ਵੀ ਮੈਂ ਠੀਕ ਹਾਂ ਜਿਵੇਂ ਵੀ ਹੈਗਾ, ਬਸ ਮੈਂ ਮੰਦਾ ਹੀ ਠੀਕ ਹਾਂ, ਕਿਉਂਕਿ ਲੋਕਾਂ ਨੇ ਵੀ ਕਹਿਣਾ ਹੀ ਆ, ਉਹ ਆਪ ਹੀ ਕਹਿ ਦਿੰਦਾ। ਜਦੋਂ ਇੱਧਰਲੇ ਪਾਸੇ ਨੂੰ ਚੱਲ ਪੈਂਦਾ ਨਾ, ਇੱਧਰਲੀਆਂ ਸੁਰਤੀਆਂ ਬਿਰਤੀਆਂ ਖੁੱਲ੍ਹ ਜਾਂਦੀਆਂ। ਗਿਆਨ ਧਿਆਨ ਤੋਂ ਵੀ ਉੱਪਰ ਦੀਆਂ ਗੱਲਾਂ ਗੁਰਮੁਖ ਪਿਆਰਿਓ। ਜਦੋਂ ਪਰਮਾਤਮਾ ਨਾਲ ਪਿਆਰ ਪੈ ਗਿਆ ਨਾ, ਉਦੋਂ ਬਸ ਸੰਸਾਰ ਇੱਕ ਪਰਛਾਵਾਂ ਲੱਗਣ ਲੱਗ ਜਾਣਾ। ਇਹ ਅਸਲ ਨਹੀਂ ਹੈ ਸੰਸਾਰ, ਇਹ ਪਰਮਾਤਮਾ ਦਾ ਦੂਜਾ ਪਾਸਾ, ਮਾਇਆ ਦਾ ਇਹ ਖਿਲਾਰਿਆ ਹੋਇਆ ਚੋਗ ਆ। ਜਦੋਂ ਅਸਲੀਅਤ ਸਮਝ ਗਏ ਨਾ ਅਸੀਂ, ਦੇਖੋ ਦਰਖਤ ਦੀਂਦਾ ਪਰ ਉਹਦੀਆਂ ਜੜ੍ਹਾਂ ਨਹੀਂ ਦੀਂਦੀਆਂ। ਬਾਹਰਲੇ ਦਰਖਤ ਨੂੰ ਜੇ ਜਾਣਨਾ, ਜੇ ਉਹਦਾ ਵੱਡਾ ਦੇਖਣਾ ਵੀ ਔਰਾ ਬਹੁਤ ਵੱਡਾ ਬਹੁਤ ਉੱਤੋਂ ਭਾਰਾ, ਤਾਂ ਉਹਦੀਆਂ ਜਿਹੜੀਆਂ ਜੜ੍ਹਾਂ ਉਹ ਵੀ ਉਨੀਆਂ ਮਜ਼ਬੂਤ ਹੋਣਗੀਆਂ। ਇਹ ਸੰਸਾਰ ਦੀਆਂ ਵੀ ਜੜ੍ਹਾਂ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ। ਕਿੱਡੀ ਸ੍ਰਿਸ਼ਟੀ ਆ, ਕਿੱਡੀ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਕਿਸ ਤਰ੍ਹਾਂ ਬਣਾ ਕੇ ਰੱਖਿਆ, ਕਿਸ ਤਰ੍ਹਾਂ ਧਰਤੀ ਆ, ਕਿਸ ਤਰ੍ਹਾਂ ਹਵਾ ਬਣੀ, ਕਿਸ ਤਰ੍ਹਾਂ ਸਾਡੇ ਸਰੀਰ ਬਣੇ। ਅਸੀਂ ਖੰਡਾਂ ਬ੍ਰਹਿਮੰਡਾਂ ਦੇ ਮੁਕਾਬਲੇ 'ਚ ਤਾਂ ਕੁਛ ਵੀ ਨਹੀਂ ਗੁਰਮੁਖ ਪਿਆਰਿਓ। ਮਨੁੱਖ ਡਿਸਕਵਰੀ ਦੇਖਦੇ ਹਾਂ ਆਪਾਂ, ਨਵੀਆਂ ਨਸਲਾਂ ਦੇਖਦੇ ਹਾਂ। ਆਹ ਵੀ ਨਸਲ ਦੇਖ ਲਈ, ਮਨੁੱਖ ਵੀ ਤਾਂ ਇੱਕ ਨਸਲ ਹੀ ਹੈ। ਬਸ ਆਪਣੇ ਆਪ ਨੂੰ ਹਉਮੈ ਦਾ ਕਰਕੇ ਉਹ ਪ੍ਰਮਾਤਮਾ ਤੋਂ ਵੱਖਰਾ ਸਮਝੀ ਬੈਠਾ। ਹਉਮੈ ਹੀ ਗੁਰਬਾਣੀ ਤੋੜਦੀ ਹੈ ਭਾਈ। ਇਹ ਅਸਲ ਕਹਾਣੀ ਹੈ ਕਿ ਮਨੁੱਖ ਦੇ ਅੰਦਰ ਹਉਮੈ ਦਾ ਕਰਕੇ ਹੀ ਮਨੁੱਖ ਦੇ ਅੰਦਰ ਵਿਗਾੜ ਪੈਂਦਾ। ਜਿੰਨਾ ਦੇਸ਼ਾਂ ਵਿਦੇਸ਼ਾਂ ਦਾ ਜਿੰਨਾ ਵੀ ਰੌਲਾ ਸਾਰਾ ਉਹ ਹਉਮੈ ਦਾ ਕਰਕੇ ਹੀ ਹੈ। ਜਦੋਂ ਮਨੁੱਖ ਦੀ ਹਉਮੈ ਨਿਕਲ ਗਈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਬਸ ਦੀਵਾਨਾ ਹੋਣਾ ਪੈਣਾ ਸਾਨੂੰ, ਪਾਗਲ ਦੀ ਅਵਸਥਾ ਤੱਕ ਹੋਣਾ ਪੈਣਾ। ਜਿਵੇਂ 100% ਜਿੰਨਾ ਚਿਰ ਅੱਗ ਬਲਦੀ ਰਹੇ, ਜਿੰਨਾ ਚਿਰ 100 ਡਿਗਰੀ 'ਤੇ ਨਾ ਪਾਣੀ ਨਹੀਂ ਨਾ ਪਹੁੰਚਦਾ, ਉਨਾ ਚਿਰ ਕੀਟਾਣੂ ਨਹੀਂ ਮਰਦੇ, ਉਨਾ ਚਿਰ ਢੱਕਣ ਨਹੀਂ ਚੱਕ ਹੁੰਦਾ, ਭਾਫ ਨਹੀਂ ਬਣਦੀ, ਫਿਰ ਉਹ ਬਾਹਰਲਾ ਜਿਹੜਾ ਹੈ ਬਾਰਿਸ਼ ਹੋ ਰਹੀ ਆ ਉਹ ਅੰਦਰ ਨਹੀਂ ਪੈਂਦੀ। ਇਸ ਕਰਕੇ ਸਾਨੂੰ 100%
ਗੁਰਬਾਣੀ ਦੇ ਨਾਲ ਜੁੜਨਾ ਪਊਗਾ। ਫਿਰ ਉਹ ਚੌਥੀ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ, ਸੰਸਾਰ ਤੋਂ ਉੱਪਰ ਹੋ ਜਾਵਾਂਗੇ। ਉਸੇ ਨੂੰ ਕਿਹਾ ਜਾਂਦਾ ਵੀ ਸਤਿਗੁਰ ਕੈ ਜਨਮੈ ਗਬਨ ਮਟਾਇਆ। ਭਾਈ ਕਹਿਣਾ ਲੋਕਾਂ ਨੇ ਬਹੁਤ ਕੁਛ ਆ, ਪਰ ਉੱਥੇ ਜੋ ਆਨੰਦ ਆ ਉੱਥੇ ਪਹੁੰਚ ਕੇ ਹੀ ਪਤਾ ਲੱਗਦਾ। ਭਾਈ ਵੀਰ ਸਿੰਘ ਜੀ ਸਾਡੇ ਸਿੱਖ ਕੌਮ ਦੇ ਬਹੁਤ ਵੱਡੇ ਕਵੀ ਹੋਏ ਆ, ਉਹਨਾਂ ਦੀ ਉਡਾਰੀ ਸੀ ਇੱਕ, ਉਹ ਇੱਥੇ ਜਿਹੜੀ ਹੈ ਮੈਨੂੰ ਲੱਗਦਾ ਵੀ ਠੀਕ ਰਹੂਗੀ, ਵੀ ਕਿਵੇਂ ਉਡਾਰੀਆਂ ਲੱਗਦੀਆਂ, ਕਿਵੇਂ ਇਹ ਤਿੰਨਾਂ ਗੁਣਾਂ ਦੇ ਵਿੱਚ ਨਫਾ ਨੁਕਸਾਨ ਗਿਆਨ ਧਿਆਨ ਸਾਰਾ ਕੁਝ ਇੱਥੇ ਤਿੰਨਾਂ ਗੁਣਾਂ ਦੇ ਵਿੱਚ ਹੀ ਹੈ। ਚੌਥੇ ਪਦ ਦੇ ਵਿੱਚ ਤਾਂ ਆਨੰਦ ਹੀ ਆਨੰਦ ਆ। ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ, ਕਹਿੰਦੇ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਥੱਕੀ, ਜਿਹੜੀਆਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਥਕੀ, ਬਦੋ ਬਦੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਆਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਪਿਆਲੇ ਆਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਚੂਮਾ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਬੈਮੀ ਟੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੀ ਪਾਰ ਤਾਰੀਆਂ। ਗਿਆਨੀ ਕੀ ਕਹਿੰਦਾ, ਗਿਆਨ ਇੱਥੇ ਤੱਕ ਆ ਭਾਈ, ਬੁੱਧੀ ਤੱਕ ਆ, ਬੁੱਧੀ ਤੋਂ ਪਾਰ ਤਾਰੀਆਂ ਨਾ ਜਿਹੜੀਆਂ ਇਹ ਆਸ਼ਕੀ ਲਾ ਸਕਦੇ ਆ, ਕਿਉਂਕਿ ਉਹ ਗਿਆਨ ਧਿਆਨ ਤੋਂ ਪਰੇ ਹੋ ਜਾਂਦੇ ਆ। ਉਹਨਾਂ ਨੂੰ ਫਿਰ ਹੋਰ ਨਹੀਂ ਕੁਛ ਦੀਂਦਾ, ਉਹਨਾਂ ਨੂੰ ਨਫਾ ਨੁਕਸਾਨ ਨਹੀਂ ਦੀਂਦਾ, ਆਪਣਾ ਆਪ ਖਤਮ ਕਰ ਦਿੰਦੇ ਆ। ਉਹ ਤਾਰੀਆਂ ਜਿਹੜੇ ਉਹੀ ਲਾ ਸਕਦੇ ਆ ਭਾਈ। ਉਹ ਫਿਰ ਕਹਿੰਦੇ ਆ, ਬੈਠ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬੈਠ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੇ ਲੱਗ ਗਈਆਂ ਯਾਰੀਆਂ, ਬਲਬਲੇ ਦੇ ਦੇਸ਼ ਸਾਡੇ ਲੱਗ ਗਈਆਂ ਯਾਰੀਆਂ। ਉਹ ਫਿਰ ਨਫਾ ਨੁਕਸਾਨ ਨਹੀਂ ਦੇਖਦੇ ਗੁਰਮੁਖ ਪਿਆਰਿਓ। ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਆ, ਜਿਹੜੇ ਗੁਰੂ ਦੇ ਆਸ਼ਿਕ ਹੋ ਜਾਂਦੇ ਆ, ਉਹ ਫਿਰ ਗੁਰੂ ਦੀ ਗੱਲ ਹੀ ਕਰਦੇ ਆ। ਉਹਨੂੰ ਚਾਹੇ ਕੋਈ ਚੰਗਾ ਕਹੇ ਚਾਹੇ ਕੋਈ ਮਾੜਾ ਕਹੇ, ਕਹੀ ਜਾਣ ਦਿਓ, ਕਿਉਂਕਿ ਨਹੀਂ ਪਤਾ ਲੋਕਾਂ ਨੂੰ। ਇਸ ਕਰਕੇ ਗੁਰਬਾਣੀ ਦੇ ਮੁਤਾਬਕ ਸਾਨੂੰ ਚੱਲਣਾ ਪੈਣਾ ਅਤੇ ਪਾਗਲ ਹੋਣ ਦੀ ਅਵਸਥਾ ਤੱਕ ਜਾਣਾ ਪੈਣਾ। ਉਦੋਂ ਬਾਅਦ ਆਨੰਦ ਹੀ ਆਨੰਦ ਆ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸ਼ਬਦ ਦੇ ਵਿੱਚ ਅਲਰਟ ਕਰ ਰਹੇ ਸੀ ਵੀ ਅਸੀਂ ਰੁਕਣਾ ਨਹੀਂ, ਰੁਕਾਵਟਾਂ ਆਉਣਗੀਆਂ, ਕੋਈ ਵੀ ਸੱਚ ਬੋਲੂਗਾ। ਦੇਖੋ ਗੁਰਮੁਖ ਪਿਆਰਿਓ, ਇਹ ਆ ਮਾਇਆਵਾਦੀ ਸੰਸਾਰ। ਸਿੱਧੀ ਜੀ ਗੱਲ ਆ, ਜਟਕਾ ਉਦਾਹਰਨ ਜਿਹਨੂੰ ਕਹਿ ਲਈਏ। ਇਹ ਤਿੰਨਾਂ ਗੁਣਾਂ ਦੇ ਵਿੱਚ ਮਾਇਆਵਾਦੀ ਸੰਸਾਰ ਆ, ਮਾਇਆ ਦਾ ਹੀ ਜ਼ੋਰ ਆ ਅਤੇ ਮਾਇਆ ਦੀ ਹੀ ਗੱਲ ਆ। ਜਿਹੜਾ ਇਦੋਂ ਉੱਪਰ ਦੀ ਗੱਲ ਕਰੂਗਾ ਉਹ ਮਾਇਆ ਜਿਹੜੀ ਆ ਉਹ ਅਸਰ ਦਿਖਾਏਗੀ। ਮਾਇਆਵਾਦੀ ਲੋਕ ਆ ਜਿਹੜੇ ਉਹ ਉਹਨੂੰ ਥੋੜ੍ਹਾ ਬਹੁਤਾ ਪਰੇਸ਼ਾਨ ਕਰਨਗੇ। ਨਿਸ਼ਾਨੀ ਇਹੀ ਆ, ਅਸਲ ਸੱਚ ਵੱਲ ਨੂੰ ਚੱਲਣ ਦੀ ਨਿਸ਼ਾਨੀ ਇਹੀ ਆ। ਕੋਈ ਭੂਤ ਨਾ ਬੇਤਾਲਾ ਕਹੇ, ਨਿਸ਼ਾਨੀਓ ਹੀ ਇਹ ਆ ਵੀ ਚੱਲ ਪਿਆ। ਸੋ ਇਸ ਕਰਕੇ ਸੱਚ ਵੱਲ ਚੱਲਣਾ ਅਸੀਂ। ਆਓ ਸਾਰੇ ਸ਼ਬਦ ਨੂੰ ਇੱਕ ਵਾਰੀ ਫੇਰ ਸਰਵਣ ਕਰੀਏ ਅਤੇ ਗੁਰੂ ਨਾਨਕ ਬਾਬਾ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾ ਕੇ ਸ਼ਬਦ ਨੂੰ ਸਰਵਣ ਕਰਨਾ ਅਤੇ ਆਪਣੇ ਆਪ ਨੂੰ ਬੇਚੈਨ ਹਾਜ਼ਰ ਰੱਖਣਾ ਕਿ ਮੈਂ ਵੀ ਭਾਵੇਂ ਕੋਈ ਭੂਤ ਨਾ ਕਹੇ ਬੇਤਾਲਾ ਕਹੇ, ਹੇ ਗੁਰੂ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਹੇ ਸ਼ਹੀਦ ਸਿੰਘੋ ਸਿੰਘਣੀਓ, ਮੈਂ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿਣਾ ਵਾਅਦਾ ਕਰਦਾ, ਬਚਨ ਕਰਦਾ ਕਿ ਜਿੰਨੇ ਜੋਗਾ ਮੈਂ ਵੀ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸੱਚ ਬੋਲਦਾ ਰਹੂੰਗਾ। ਆਓ ਸ਼ਬਦ ਸਰਵਣ ਕਰੀਏ। ਮਾਰੂ ਮਹੱਲਾ ਪਹਿਲਾ। ਕੋਈ ਆਖੈ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਨਾ ਰਹਾਉ। ਤਉ ਦੀਵਾਨਾ ਜਾਣੀਐ
ਜਾਂ ਭੈ ਦੇਵਾਨਾ ਹੋਏ। ਏਕੀ ਸਾਹਿਬ ਬਾਹਰਾ, ਦੂਜਾ ਅਵਰ ਨਾ ਜਾਣੈ ਕੋਏ। ਤਉ ਦੇਵਾਨਾ ਜਾਣੀਐ, ਜਾਂ ਏਕਾਕਾਰ ਕਮਾਏ। ਹੁਕਮ ਪਛਾਣੈ ਖਸਮ ਕਾ, ਦੂਜੀ ਅਵਰ ਸਿਆਣ ਪਕਾਏ। ਤਉ ਦੇਵਾਨਾ ਜਾਣੀਐ, ਜਾਂ ਸਾਹਿਬ ਧਰੇ ਪਿਆਰ। ਮੰਦਾ ਜਾਣੈ ਆਪ ਕੋ, ਅਵਰ ਭਲਾ ਸੰਸਾਰ। ਮੰਦਾ ਜਾਣੈ ਆਪ ਕੋ, ਅਵਰ ਭਲਾ ਸੰਸਾਰ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।